ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਭਾਰਤੀ ਸਿੱਖਿਆ ਪ੍ਰਣਾਲੀ ਦਾ ਇੱਕ ਵੱਡਾ ਦੋਸ਼ ਇਹ ਹੈ ਕਿ ਅਮਲੀ ਸਿਖਲਾਈ ਦੀ ਥਾਂ ਇਹ ਸਿਧਾਂਤਕ ਗਿਆਨ ਹੀ ਦਿੰਦੀ ਹੈ, ਜਿਸ ਕਾਰਨ ਹਰ ਕੋਈ ਸਰਕਾਰੀ ਨੌਕਰੀ ਕਰਨੀ ਚਾਹੁੰਦਾ ਹੈ। ਸਾਡੇ ਦੇਸ਼ ਵਿੱਚ ਕਈ ਕੰਮਾਂ ਨੂੰ ਅਨਪੜ੍ਹ ਲੋਕ ਹੀ ਕਰਦੇ ਹਨ। ਮਕਾਨ ਪਾਓਗੇ, ਭਾਂਤ-ਭਾਂਤ ਦੇ ਅਨਪੜ੍ਹਾਂ ਨਾਲ ਵਾਹ ਪਏਗਾ। ਜਿਨ੍ਹਾਂ ਨੂੰ ਅਸੀਂ ਪੜ੍ਹੇ ਲਿਖੇ ਕਹਿੰਦੇ ਹਾਂ, ਉਹ ਅਮਲੀ ਗਿਆਨ ਤੋਂ ਕੋਰੇ ਹੋਣ ਕਾਰਨ ਪੜ੍ਹੇ ਲਿਖੇ ਅਨਪੜ੍ਹ ਹੁੰਦੇ ਹਨ। ਸਿਧਾਂਤਕ ਗਿਆਨ ਵਾਲਾ ਵਿਅਕਤੀ ਦਲੇਰ ਨਹੀਂ ਹੁੰਦਾ, ਪ੍ਰਯੋਗ ਨਹੀਂ ਕਰਦਾ, ਜਲਦੀ ਘਬਰਾ ਜਾਂਦਾ ਹੈ, ਜਦੋਂ ਕਿ ਅਨਪੜ੍ਹ ਵਿਅਕਤੀ ਦਲੇਰ ਅਤੇ ਉਦਾਰ ਹੁੰਦਾ ਹੈ। ਉਹ ਸੋਚਣ ਵਿੱਚ ਨਹੀਂ, ਕੁਝ ਕਰਨ ਵਿੱਚ ਵਿਸ਼ਵਾਸ ਕਰਦਾ ਹੈ। ਅਨਪੜ੍ਹ ਆੜ੍ਹਤੀ, ਵਪਾਰੀ ਅਤੇ ਹਲਵਾਈ ਕਈ ਨੌਕਰਾਂ ਵਾਲੀ ਦੁਕਾਨ ਚਲਾਉਂਦੇ ਹਨ। ਨਿਊਯਾਰਕ ਵਿੱਚ ਕੁਝ ਪੰਜਾਬੀ ਰਲ ਕੇ ਰਹਿੰਦੇ ਸਨ। ਇੱਕ ਇੱਧਰੋਂ MA ਪੜ੍ਹ ਕੇ ਗਿਆ ਸੀ। ਉਸਨੇ ਬੜੇ ਦਰਦ ਨਾਲ ਕਿਹਾ, ਅਸੀਂ MA ਪਾਸ ਹਾਂ, ਪਰ ਪੈਸੇ ਤਾਂ ਇਹ ਅਨਪੜ੍ਹ ਟਰੱਕਾਂ ਵਾਲੇ ਕਮਾਈ ਜਾਂਦੇ ਹਨ। ਉਸ ਨੂੰ ਪਤਾ ਨਹੀਂ ਸੀ ਕਿ ਅਮਰੀਕਾ ਵਿੱਚ ਸਿਧਾਂਤਕ ਪੜ੍ਹਾਈ ਦਾ ਨਹੀਂ, ਅਮਲੀ ਸਿਖਲਾਈ ਅਤੇ ਵਿਹਾਰ ਦਾ ਬੋਲਬਾਲਾ ਹੈ। ਫੌਜ ਵਿੱਚੋਂ ਸੇਵਾ ਮੁਕਤ ਹੋ ਕੇ ਆਏ ਮੇਜਰ ਕੋਲ ਸੱਤ ਬਚਨ ਕਹਿਣ ਦੀ ਅਮੀਰੀ ਸੀ। ਉਸਦਾ ਨਾਂ ਹੀ ਮੇਜਰ ਸੱਤ ਬਚਨ ਪੈ ਗਿਆ ਸੀ। ਉਸਦੇ ਵਿਹਾਰ ਵਿੱਚੋਂ ਸੱਤ ਬਚਨ ਵਾਲੀ ਨਿਮਰਤਾ ਝਲਕਦੀ ਸੀ। ਉਹ ਆਪਣੇ ਘਰ ਦੇ ਸਾਹਮਣੇ ਸੜਕ ਤੋਂ ਪਾਰ ਆਪਣੀ ਕਾਰ ਖੜੀ ਕਰਿਆ ਕਰਦਾ ਸੀ। ਗਵੰਡਨ ਨੇ ਕਿਹਾ, ਕਾਰ ਦੇ ਸ਼ੀਸ਼ੇ ਤੋਂ ਧੁੱਪ ਦੀ ਲਿਸ਼ਕੋਰ ਪੈਂਦੀ ਹੈ। ਮੇਜਰ ਸਾਹਿਬ ਨੇ ਕਿਹਾ, ਸੱਤ ਬਚਨ, ਅਤੇ ਕਾਰ ਦਾ ਮੂੰਹ ਦੂਜੇ ਪਾਸੇ ਕਰਕੇ ਖੜੀ ਕਰ ਦਿੱਤੀ। ਗਵੰਡਨ ਬੜੀ ਖੁਸ਼ ਸੀ, ਕਿਉਂਕਿ ਉਸਦੀ ਗੱਲ ਮੰਨ ਲਈ ਗਈ ਸੀ। ਇੱਕ ਵਾਰੀ ਕਾਰਾਂ ਦੀ ਵਰਕਸ਼ਾਪ ਜਾਂਦਿਆਂ ਉਸਦੀ ਕਾਰ ਤੰਗ ਰਸਤੇ 'ਚ ਖਲੋਤੇ ਸਕੂਟਰ ਨਾਲ ਘਿਸਰ ਗਈ। ਸਕੂਟਰ ਵਾਲੇ ਨੇ ਸ਼ਿਕਾਇਤ ਕੀਤੀ ਕਿ ਤੁਸੀਂ ਮੇਰੇ ਸਕੂਟਰ ਨਾਲ ਕਾਰ ਦੀ ਠੋਕਰ ਮਾਰੀ ਹੈ। ਮੇਜਰ ਸਾਹਿਬ ਨੇ ਕਿਹਾ, ਸੱਤ ਬਚਨ, ਪਹਿਲਾਂ ਮੈਨੂੰ ਮਾਫ਼ ਕਰੋ ਅਤੇ ਫਿਰ ਮੇਰੇ ਖਰਚੇ ਤੇ ਹੁਣੇ ਮੁਰੰਮਤ ਕਰਵਾਓ। ਸਕੂਟਰ ਵਾਲੇ ਨੇ ਕਿਹਾ, ਅਜਿਹੀ ਕੋਈ ਗੱਲ ਨਹੀਂ, ਧੰਨਵਾਦ। ਮੇਜਰ ਸਾਹਿਬ ਹਰ ਰੋਜ਼ 2-3 ਸ਼ੁਭ ਚਿੰਤਕ ਉਪਜਾ ਲੈਂਦੇ ਸਨ। ਮਾਂ ਮਰ ਗਈ ਸੀ, ਪਿਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਧੀ ਨੇ ਮਾਂ ਦੇ ਭੋਗ ਦੇ ਕਾਰਡ ਥੱਲੇ ਆਪਣੇ ਨਾਂ ਹੇਠ ਛਪਵਾਇਆ। ਮਾਂ ਮਰ ਗਈ ਸੀ, ਪਿਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਧੀ ਨੇ ਮਾਂ ਦੇ ਭੋਗ ਦੇ ਕਾਰਡ ਥੱਲੇ ਆਪਣੇ ਨਾਂ ਹੇਠ ਛਪਵਾਇਆ। ਸ਼ਕੁੰਤਲਾ ਦੇਵੀ, ਉਮਰ 27 ਸਾਲ, ਰੰਗ ਗੋਰਾ, BA ਪਾਸ, ਸਰੀਰ ਪਤਲਾ, ਕੱਦ 5 ਫੁੱਟ 5 ਇੰਚ, ਤਲਾਕਸ਼ੁਦਾ, ਬੱਚਾ ਕੋਈ ਨਹੀਂ, ਮਕਾਨ ਆਪਣਾ ਹੈ। ਸਮੱਸਿਆਵਾਂ ਵੀ ਛੋਟੀਆਂ ਅਤੇ ਵੱਡੀਆਂ ਹੁੰਦੀਆਂ ਹਨ। ਸਮੱਸਿਆਵਾਂ ਦਾ ਵੀ ਬਚਪਨ, ਜਵਾਨੀ ਅਤੇ ਬੁਢਾਪਾ ਹੁੰਦਾ ਹੈ। ਕਈ ਸਮੱਸਿਆਵਾਂ ਵਿਧਵਾ ਹੋ ਜਾਂਦੀਆਂ ਹਨ, ਕਈ ਮੁਕਲਾਵੇ ਨਹੀਂ ਜਾਂਦੀਆਂ। ਜਿਨ੍ਹਾਂ ਸਮੱਸਿਆਵਾਂ ਦਾ ਨਾਂ ਪਤਾ ਨਹੀਂ ਬਦਲਦਾ, ਇਹਨਾਂ ਵਿੱਚੋਂ ਕਈਆਂ ਦੇ ਰੰਗ ਫਿੱਕੇ ਪੈ ਜਾਂਦੇ ਹਨ। ਕਈ ਸਮੱਸਿਆਵਾਂ ਨੂੰ ਯੋਗ ਸਮਾਂ ਨਾ ਦਿੱਤੇ ਜਾਣ ਕਾਰਨ ਸੁਲਝਾਇਆ ਨਹੀਂ ਜਾ ਸਕਦਾ। ਕਈ ਸਮੱਸਿਆਵਾਂ ਕਾਹਲੀ ਨਾਲ ਸੁਲਝਾਏ ਜਾਣ ਕਾਰਨ ਸੁਲਝਾਏ ਜਾਣ ਦੇ ਬਾਵਜੂਦ ਨਹੀਂ ਸੁਲਝਦੀਆਂ। ਕਈ ਸਮੱਸਿਆਵਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ। ਪਹਿਲਾਂ ਵੱਡੀ ਸਮੱਸਿਆ ਸੁਲਝਾਓ, ਮਨ ਬਣਾਓ ਸੁਲਝਾਉਣੀ ਹੈ, ਸੁਲਝਾਓ, ਸੁਲਝੇਗੀ। ਵੱਡੀ ਸਮੱਸਿਆ ਸੁਲਝਾ ਲਓਗੇ, ਛੋਟੀਆਂ ਸੁਲਝਣ ਲੱਗ ਪੈਣਗੀਆਂ। ਇੱਕ ਸਮਾਗਮ ਵਿੱਚ ਇੱਕ ਵਿਅਕਤੀ ਨੇ ਗਾਂਧੀ ਜੀ ਨੂੰ ਕਿਹਾ, ਬਾਪੂ, ਤੁਸੀਂ ਗੀਤਾ ਦੀ ਗੱਲ ਕਰਦੇ ਹੋ। ਅਰਜਨ 1-2 ਵਾਕਾਂ ਦਾ ਪ੍ਰਸ਼ਨ ਕਰਦਾ ਸੀ ਅਤੇ ਕ੍ਰਿਸ਼ਨ ਬੜੇ ਵਿਸਥਾਰ ਵਿੱਚ ਉੱਤਰ ਦਿੰਦੇ ਸਨ। ਅਸੀਂ ਕਈ ਵਾਰ ਪੁੱਛਦੇ ਹਾਂ, ਪਰ ਤੁਸੀਂ 1-2 ਵਾਕਾਂ ਵਿੱਚ ਜਵਾਬ ਦੇ ਕੇ ਬਸ ਕਰ ਦਿੰਦੇ ਹੋ। ਗਾਂਧੀ ਜੀ ਨੇ ਕਿਹਾ, ਹਾਂ, ਪਰ ਕ੍ਰਿਸ਼ਨ ਕੋਲ ਪ੍ਰਸ਼ਨ ਕਰਨ ਵਾਲਾ ਇੱਕ ਹੀ ਅਰਜਨ ਸੀ। ਇੱਥੇ ਤਾਂ ਅਰਜਨ ਹੀ ਅਰਜਨ ਹਨ। ਰਿਆਇਤਾਂ ਦੇਵੋਗੇ, ਹੋਰ ਰਿਆਇਤਾਂ ਮੰਗੀਆਂ ਜਾਣਗੀਆਂ। ਇੱਕ ਫੈਕਟਰੀ 'ਚ ਮਾਲਕ ਨੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ਹੁਣ ਤੁਸੀਂ 8 ਦੀ ਥਾਂ ਕੇਵਲ 6 ਘੰਟੇ ਕੰਮ ਕਰੋਗੇ। 9 ਵਜੇ ਦੀ ਥਾਂ 10 ਵਜੇ ਆਇਆ ਕਰੋਗੇ। 5 ਵਜੇ ਦੀ ਥਾਂ 4 ਵਜੇ ਜਾ ਸਕੋਗੇ। ਅਗਲੇ ਮਹੀਨੇ ਤੋਂ ਤੁਸੀਂ ਬੁੱਧਵਾਰ ਹੀ ਕੰਮ ਕਰਿਆ ਕਰੋਗੇ। ਇੱਕ ਨੇ ਪੁੱਛਿਆ, ਹਰ ਬੁੱਧਵਾਰ? ਦ੍ਰੋਪਦੀ ਨੇ ਭਰੇ ਦਰਬਾਰ ਵਿੱਚ ਪੁੱਛਿਆ ਸੀ ਕਿ ਜਦੋਂ ਪਾਂਡਵ ਰਾਜ ਹਾਰਨ ਤੋਂ ਮਗਰੋਂ ਆਪਣੇ ਆਪ ਨੂੰ ਵੀ ਹਾਰ ਗਏ ਸਨ, ਤਾਂ ਉਸ ਉਪਰੰਤ ਮੈਨੂੰ ਦਾਅਵ 'ਤੇ ਲਾਉਣ ਦਾ ਉਹਨਾਂ ਦਾ ਕੀ ਅਧਿਕਾਰ ਸੀ? ਸਾਰੀ ਸਭਾ ਚੁੱਪ ਸੀ, ਜਿਵੇਂ ਚੁੱਪ ਦੀ ਸਭਾ ਹੋਵੇ। ਇਹ ਚੁੱਪ ਕਿਤਨੀ ਦੁਖਦਾਈ ਸੀ, ਅਨੁਮਾਨ ਨਹੀਂ ਲਾਇਆ ਜਾ ਸਕਦਾ। ਉਂਝ ਚੁੱਪ ਸੁਖਦਾਈ ਹੁੰਦੀ ਹੈ, ਪਰ ਇਹ ਚੁੱਪ ਅਤਿਅੰਤ ਦੁਖਦਾਈ ਸੀ, ਜਿਸ ਦਾ ਦੁੱਖ ਬਰਕਰਾਰ ਹੈ। ਦ੍ਰੋਪਦੀ ਦੇ ਅਪਮਾਨ ਕਾਰਨ ਮਹਾਭਾਰਤ ਨੂੰ ਗ੍ਰੰਥ ਦਾ ਦਰਜਾ ਨਹੀਂ ਮਿਲਿਆ। ਇਸ ਨੂੰ ਘਰ ਵਿੱਚ ਰੱਖਣਾ ਅਪਸ਼ਗਨ ਮੰਨਿਆ ਜਾਂਦਾ ਹੈ। ਮੂਰਖ ਨੂੰ ਮੌਕਾ ਦਿਓ। ਮੂਰਖ ਹੋਣ ਕਰਕੇ ਉਸ ਦਾ ਲਾਭ ਨਹੀਂ ਉਠਾ ਸਕੇਗਾ।
ਇੱਕ ਮੂਰਖ ਦੀ ਮੂਰਖਤਾ ਕਾਰਨ ਇੱਕ ਪ੍ਰੇਤ ਆਜ਼ਾਦ ਹੋ ਗਿਆ। ਪ੍ਰੇਤ ਨੇ 3 ਵਰਦਾਨ ਦਿੱਤੇ ਕਿ ਕੁਝ ਮੰਗੋ। ਮੂਰਖ ਨੂੰ ਸੁੱਝਿਆ ਹੀ ਨਾ ਕਿ ਕੀ ਮੰਗੇ। ਕਿਹਾ, ਜਦੋਂ ਲੋੜ ਪਈ ਮੰਗ ਲਵਾਂਗਾ। ਘਰ ਗਿਆ, ਦੇਰ ਨਾਲ ਆਉਣ ਕਰਕੇ ਪਤਨੀ ਲੜ ਪਈ। ਪ੍ਰੇਤ ਤੋਂ ਮੰਗ ਕੀਤੀ, ਇਹ ਤੰਗ ਕਰਦੀ ਹੈ, ਇਸ ਨੂੰ ਮਾਰ ਦੇ। ਹੁਣ ਮੂਰਖ ਬੱਚਿਆਂ ਦਾ ਕੀ ਕਰੇ। ਪ੍ਰੇਤ ਨੂੰ ਕਿਹਾ, ਜਿਉਂਦੀ ਕਰ ਦੇ। ਜਿਉਂਦੀ ਹੋ ਗਈ। ਤੀਜੀ ਮੰਗ ਬਾਰੇ ਸੋਚ ਕੇ ਪਾਗਲ ਹੋ ਗਿਆ। ਕਿਹਾ, ਤੀਜੀ ਮੰਗ ਵਾਪਸ ਲੈ ਲੈ। ਜੋ ਪਹਿਲੇ ਵਾਲੀ ਹਾਲਤ ਸੀ ਉਹ ਮੁੜ ਸਥਾਪਿਤ ਹੋ ਗਈ। ਮੌਕੇ ਮਿਲੇ ਸਨ, ਕਿਸੇ ਕੰਮ ਨਾ ਆਏ। ਜੇ ਅਕਲ ਨਾ ਹੋਵੇ ਤਾਂ ਭਾਵੇਂ ਵਰਦਾਨ ਹੀ ਮਿਲ ਜਾਣ, ਕੋਈ ਫਰਕ ਨਹੀਂ ਪੈਂਦਾ। ਇੱਕ ਪੁੱਤਰ ਨੇ ਨਾਰਾਜ਼ ਹੋ ਕੇ ਆਪਣੇ ਬਾਪ ਦੀ ਹੱਤਿਆ ਕਰਨ ਬਾਰੇ ਸੋਚਿਆ। ਬਾਪ ਦਾ ਨਾਂ ਲੈ ਕੇ ਉਹ ਸਿਰਹਾਣੇ ਤੇ ਵਾਹੋਦਾਹੀ ਘੁਸੁੰਨ ਮਾਰਦਾ ਸੀ। ਸਾਹਮਣੇ ਲੱਗੀ ਬਾਪ ਦੀ ਤਸਵੀਰ ਨੂੰ ਘੂਰਦਾ ਸੀ, ਗਾਲਾਂ ਕੱਢਦਾ ਸੀ। ਰੋਜ਼ ਸਵੇਰੇ ਉੱਠ ਕੇ ਪਹਿਲਾਂ ਇਹੀ ਕੰਮ ਕਰਦਾ ਸੀ। 2 ਹਫ਼ਤੇ ਇਵੇਂ ਕੀਤਾ, ਫਿਰ ਉਸ ਨੂੰ ਬਾਪ ਤੇ ਦਇਆ ਆਉਣ ਲੱਗ ਪਈ। ਤੀਜੇ ਹਫ਼ਤੇ ਖੂਬ ਰੋਇਆ ਅਤੇ ਜਾ ਕੇ ਬਾਪ ਦੇ ਪੈਰਾਂ ਤੇ ਸਿਰ ਰੱਖ ਦਿੱਤਾ। ਦਇਆ ਕਿਉਂ ਆਈ? ਕਿਉਂਕਿ ਬਾਪ ਚੁੱਪ ਕਰਕੇ ਘੁਸੁੰਨ ਖਾਈ ਜਾਂਦਾ ਸੀ, ਗਾਲਾਂ ਤੇ ਘੂਰੀਆਂ ਸਹੀ ਜਾਂਦਾ ਸੀ। ਪੁੱਤਰ ਕੋਲ ਗਾਲਾਂ ਮੁੱਕ ਗਈਆਂ ਸਨ, ਪਰ ਪਿਤਾ ਦੀ ਸਹਿਣਸ਼ੀਲਤਾ ਬਰਕਰਾਰ ਸੀ। ਸਹਿਣਸ਼ੀਲਤਾ ਰਾਹੀਂ ਬਾਪ ਨੇ ਪੁੱਤਰ ਦਾ ਸਾਰਾ ਗੁੱਸਾ ਚੂਸ ਲਿਆ ਸੀ, ਸਾਰੀ ਵਿਰੋਧਤਾ ਪੀ ਲਈ ਸੀ, ਸਾਰੀ ਨਫ਼ਰਤ ਸਹਿ ਲਈ ਸੀ। ਜਿਹੜਾ ਪਹਿਲਾਂ ਕੇਵਲ ਬਾਪ ਸੀ, ਉਹ ਸਤਿਕਾਰਯੋਗ ਪਿਤਾ ਜੀ ਬਣ ਗਿਆ ਸੀ। ਕਾਇਆਕਲਪ ਪੁੱਤਰ ਦਾ ਆਪਣਾ ਹੋਇਆ ਸੀ, ਪਰ ਉਸ ਨੂੰ ਮਹਿਸੂਸ ਹੋਇਆ ਸੀ ਜਿਵੇਂ ਪਿਤਾ ਜੀ ਦਾ ਕਾਇਆਕਲਪ ਹੋਇਆ ਹੋਵੇ। ਬੁੱਧ ਕਹਿੰਦਾ ਹੈ ਕਿ ਇੱਛਾਵਾਂ ਜ਼ਿੰਮੇਵਾਰ ਹਨ। ਮਾਰਕਸ ਕਹਿੰਦਾ ਹੈ ਪਦਾਰਥ ਸਥਿਤੀਆਂ ਜ਼ਿੰਮੇਵਾਰ ਹਨ। ਫਰਾਇਡ ਕਹਿੰਦਾ ਹੈ ਭਾਵਨਾਵਾਂ ਜ਼ਿੰਮੇਵਾਰ ਹਨ। ਕੋਈ ਸਿੱਖਿਆ ਪ੍ਰਣਾਲੀ ਨੂੰ, ਕੋਈ ਧਰਮ ਨੂੰ, ਕੋਈ ਸਮਾਜ ਨੂੰ ਜ਼ਿੰਮੇਵਾਰ ਦੱਸਦਾ ਹੈ। ਮਨੁੱਖ ਆਪਣੇ ਆਪ ਨੂੰ ਮੁਕਤ ਸਮਝਦਾ ਹੈ, ਇਸੇ ਲਈ ਬਦਲਦਾ ਨਹੀਂ। ਓਸ਼ੋ ਕਹਿੰਦਾ ਹੈ ਜਦੋਂ ਕੋਈ ਸਮਝ ਆ ਜਾਂਦਾ ਹੈ ਕਿ ਮੈਂ ਜ਼ਿੰਮੇਵਾਰ ਹਾਂ, ਉਹ ਜਾਗ ਪੈਂਦਾ ਹੈ, ਉਹ ਬਦਲ ਜਾਂਦਾ ਹੈ। ਇੱਕ ਜੋੜੇ ਦੇ ਤਲਾਕ ਦਾ ਮੁਕੱਦਮਾ ਚੱਲ ਰਿਹਾ ਸੀ। ਕਿਸੇ ਸਾਂਝੇ ਜਾਣੂ ਕੋਲ ਜਾ ਕੇ ਉਹ ਆਪਣੀ ਵਿਥਿਆ ਸੁਣਾ ਕੇ ਸਿੱਧ ਕਰ ਜਾਂਦੇ ਸਨ ਕਿ ਮੈਂ ਬਿਲਕੁਲ ਠੀਕ ਹਾਂ, ਸਾਰਾ ਕਸੂਰ ਉਸ ਵਿੱਚ ਹੈ। ਸੁਣਨ ਵਾਲਾ ਮਹਿਸੂਸ ਕਰਦਾ ਸੀ ਕਿ ਇਹਨਾਂ ਵਿੱਚ ਤਲਾਕ ਨਹੀਂ ਹੋਣਾ ਚਾਹੀਦਾ। ਇੱਕ ਵਾਰੀ ਪਤਨੀ ਜਦੋਂ ਪਤੀ ਦੇ ਔਗੁਣ ਦੱਸ ਰਹੀ ਸੀ ਤਾਂ ਸੁਣਨ ਵਾਲੇ ਨੇ ਪੁੱਛਿਆ, ਤੇਰੇ ਪਤੀ ਵਿੱਚ ਕੋਈ ਗੁਣ ਵੀ ਹੈ? ਪਤਨੀ ਨੇ ਕਈ ਗੁਣ ਗਿਣਾ ਦਿੱਤੇ, ਜਿਵੇਂ ਬਾਹਰ ਖਾਣ ਪੀਣ ਦੀ ਆਦਤ ਨਹੀਂ, ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ, ਘਰ ਦੀਆਂ ਨਿੱਕੀਆਂ ਮੋਟੀਆਂ ਮੁਰੰਮਤਾਂ ਆਪ ਹੀ ਕਰ ਲੈਂਦਾ ਹੈ, ਹਿੰਮਤੀ ਹੈ, ਸਭ ਤੋਂ ਪਹਿਲਾਂ ਜਾਗਦਾ ਹੈ, ਪੈਸਾ ਵਿਅਰਥ ਨਹੀਂ ਗਵਾਉਂਦਾ। ਅਗਲੀ ਵਾਰ ਪਤੀ ਨੂੰ ਇਹੀ ਪ੍ਰਸ਼ਨ ਕੀਤਾ। ਪਤੀ ਨੇ ਪਤਨੀ ਦੇ ਗੁਣ ਗਿਣਾ ਦਿੱਤੇ। ਸੁਣਨ ਵਾਲੇ ਨੇ ਪਤੀ ਨੂੰ ਕਿਹਾ, ਜਿਹੋ ਜਿਹੇ ਪਤਨੀ ਦੇ ਔਗੁਣਾਂ ਦੀ ਅੱਜ ਤੱਕ ਤੂੰ ਗੱਲ ਕਰਦਾ ਰਿਹਾ ਹੈ, ਜੇ ਉਹ ਨਾ ਹੁੰਦੇ ਤਾਂ ਤੇਰੀ ਪਤਨੀ ਦਾ ਵਿਆਹ ਤੇਰੇ ਵਰਗੇ ਓਵਰਸੀਅਰ ਨਾਲ ਕਿਉਂ ਹੁੰਦਾ? ਕਿਸੇ ਡਿਪਟੀ ਕਮਿਸ਼ਨਰ ਨਾਲ ਹੋਣਾ ਸੀ। ਸਾਰੇ ਲੜੇ ਹੋਏ ਪਤੀ ਪਤਨੀਆਂ ਵਾਂਗ ਉਹ ਵੀ ਸਮਝੌਤਾ ਕਰਨਾ ਚਾਹੁੰਦੇ ਸਨ, ਪਰ ਆਪਣੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸਨ। ਉਸਨੇ ਦੋਹਾਂ ਨੂੰ ਧਾਰਮਿਕ ਸਥਾਨ ਤੇ ਬੁਲਾਇਆ ਅਤੇ ਗਿਲੇ ਸ਼ਿਕਵਿਆਂ ਦਾ ਉੱਥੇ ਨਾਲ ਖਲੋ ਕੇ ਮੱਥਾ ਟੇਕ ਦੇਣ ਲਈ ਕਿਹਾ। ਉਹ ਆਏ ਵੱਖ-ਵੱਖ ਸਨ, ਗਏ ਇਕੱਠੇ ਸਨ। ਇੱਕ ਉਮਰ ਹੁੰਦੀ ਹੈ ਜਦੋਂ ਬੱਚੇ ਮਾਪਿਆਂ ਦੀ ਅਕਲ ਪਰਖਦੇ ਹਨ। ਮਾਪੇ ਬੱਚਿਆਂ ਨੂੰ ਉਹਨਾਂ ਦੇ ਜਨਮ ਤੋਂ ਪਹਿਲਾਂ ਤੋਂ ਜਾਣਦੇ ਹੁੰਦੇ ਹਨ, ਸੋ ਉਹ ਬੱਚਿਆਂ ਵੱਲੋਂ ਕੀਤੀ ਜਾ ਰਹੀ ਪਰਖ ਨੂੰ ਮੰਨਦੇ ਹਨ। ਸਕੂਲ ਤੋਂ ਪੁੱਤਰ ਪੜ੍ਹ ਕੇ ਆਇਆ, ਪਲੇਟ ਵਿੱਚ 2 ਅਮਰੂਦ ਰੱਖ ਕੇ ਪਿਤਾ ਨੂੰ ਪੁੱਛਿਆ, ਕਿਤਨੇ ਅਮਰੂਦ ਹਨ? ਪਿਤਾ ਨੇ ਕਿਹਾ 2। ਪੁੱਤਰ ਨੇ ਕਿਹਾ 3 ਹਨ। 1 ਅਤੇ 2 ਕੁੱਲ 3। ਪਿਤਾ ਨੇ ਕਿਹਾ 1 ਅਮਰੂਦ ਮੈਂ ਖਾ ਲੈਂਦਾ ਹਾਂ, 1 ਤੇਰੀ ਮਾਂ ਖਾ ਲਵੇਗੀ, ਤੀਜਾ ਤੂੰ ਖਾ ਲਈ। ਮਾਂ ਨੇ ਜੋਤ ਜਗਾਈ। ਧੀ ਨੇ ਚਤੁਰਾਈ ਨਾਲ ਪੁੱਛਿਆ, ਇਹ ਜੋਤ ਕਿੱਥੋਂ ਆਈ ਹੈ? ਮਾਂ ਨੂੰ ਜਵਾਬ ਨਾ ਸੁੱਝਿਆ, ਪਰ ਉਸਨੇ ਝਟ ਬੁਝਾ ਦਿੱਤੀ ਅਤੇ ਧੀ ਨੂੰ ਮੋੜਵਾਂ ਪ੍ਰਸ਼ਨ ਪੁੱਛਿਆ, ਤੂੰ ਦੱਸ ਇਹ ਕਿੱਥੇ ਚਲੀ ਗਈ ਹੈ? ਬੱਚੇ ਮੁੱਢਲੀਆਂ ਚਤੁਰਾਈਆਂ ਆਪਣੇ ਮਾਪਿਆਂ ਨਾਲ ਕਰਦੇ ਹਨ। ਈਸਾਈ ਪ੍ਰਚਾਰਕਾਂ ਵਜੋਂ ਭਾਰਤ ਆਏ ਤਾਂ ਉਹ ਹਰਿਦੁਆਰ ਕੁੰਡ ਦੇ ਮੇਲੇ ਤੇ ਈਸਾਈ ਮਤ ਦਾ ਪ੍ਰਚਾਰ ਕਰਨ ਜਾਂਦੇ ਸਨ, ਜਿੱਥੇ ਉਹ ਰਾਮ ਦੀ ਲੋਹੇ ਦੀ ਮੂਰਤੀ ਬਣਾ ਕੇ ਪਾਣੀ ਵਿੱਚ ਉਤਾਰਦੇ ਸਨ ਅਤੇ ਭੋਲੇ ਭਾਲੇ ਮੂਰਖ ਭਾਰਤੀਆਂ ਵਿੱਚ ਪ੍ਰਚਾਰ ਕਰਦੇ ਸਨ, ਜਿਹੜਾ ਰਾਮ ਆਪ ਡੁੱਬ ਗਿਆ ਹੈ, ਉਹ ਤੁਹਾਨੂੰ ਕਿਵੇਂ ਬਚਾ ਸਕਦਾ ਹੈ? ਸਧਾਰਨ ਲੋਕਾਂ ਨੂੰ ਹੋਰਾਂ ਬਾਰੇ ਦਿਲਚਸਪ ਕਹਾਣੀਆਂ ਘੜਨ ਦੀ ਆਦਤ ਹੁੰਦੀ ਹੈ। ਕਈ ਕਹਿੰਦੇ ਹਨ ਕਿ ਵਿਸ਼ਵ ਵਪਾਰ ਕੇਂਦਰ ਦੀਆਂ 2 ਉੱਚੀਆਂ ਇਮਾਰਤਾਂ ਉੱਤੇ ਹਮਲਾ ਅਮਰੀਕਾ ਨੇ ਆਪ ਹੀ ਕਰਵਾਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਡਾਇਨਾ ਨੂੰ ਇੰਗਲੈਂਡ ਦੇ ਸ਼ਾਹੀ ਘਰਾਣੇ ਨੇ ਹੀ ਮਰਵਾਇਆ ਸੀ। ਕਿਹਾ ਜਾਂਦਾ ਹੈ ਕਿ ਨਹਿਰੂ ਦੇ ਕੱਪੜੇ ਪ੍ਰੈਸ ਕਰਨ ਵਾਸਤੇ ਇੰਗਲੈਂਡ ਜਾਂਦੇ ਸਨ, ਪਰ ਕਿਸੇ ਨੇ ਨਹੀਂ ਵਿਚਾਰਿਆ ਕਿ ਭਾਰਤ ਕੋਲ ਕੱਪੜੇ
ਇੰਗਲੈਂਡ ਲੈ ਜਾਣ ਲਈ। ਜਹਾਜ਼ ਤਾਂ ਸਨ, ਪਰ ਕੱਪੜੇ ਪ੍ਰੈਸ ਕਰਨ ਵਾਲੀ ਲੋਹੇ ਦੀ ਇਸਤਰੀ ਨਹੀਂ ਸੀ। ਪਟਿਆਲੇ ਦਾ ਮਹਾਰਾਜਾ ਭੁਪਿੰਦਰ ਸਿੰਘ ਸੁੰਦਰ ਇਸਤਰੀਆਂ, ਕਲਾ ਕਿਰਤਾਂ, ਗਹਿਣਿਆਂ, ਕਰਾਕਰੀ, ਖੇਡਾਂ, ਘੋੜਿਆਂ ਤੇ ਕਾਰਾਂ ਦਾ ਸ਼ੌਕੀਨ ਸੀ। ਉਸ ਬਾਰੇ ਭਾਂਤ-ਭਾਂਤ ਦੀਆਂ ਕਹਾਣੀਆਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਵਾਇਸਰਾਏ ਦੀ ਧੀ ਨੂੰ ਸ਼ਿਮਲੇ ਵਿੱਚ 1892 ਵਿੱਚ ਭਜਾ ਕੇ ਲੈ ਗਿਆ ਸੀ, ਜਿਸ ਕਾਰਨ ਮਹਾਰਾਜੇ ਦੇ ਸ਼ਿਮਲੇ ਵਿੱਚ ਦਾਖਲੇ 'ਤੇ ਰੋਕ ਲਾ ਦਿੱਤੀ ਗਈ ਸੀ ਅਤੇ ਮਹਾਰਾਜੇ ਨੇ ਗਰਮੀਆਂ ਗੁਜ਼ਾਰਨ ਲਈ ਚਾਇਲ ਵਸਾ ਲਿਆ ਸੀ। ਪਰ ਉਸ ਸਮੇਂ ਵਾਇਸਰਾਏ ਦੀ ਧੀ ਦੀ ਉਮਰ ਕੇਵਲ 1 ਸਾਲ ਸੀ। ਕਿਹਾ ਜਾਂਦਾ ਹੈ ਕਿ ਕਲਕੱਤੇ ਦੇ ਕਾਰਾਂ ਦੇ ਸ਼ੋਰੂਮ ਵਿੱਚ ਮਹਾਰਾਜੇ ਨੇ ਰੋਲਜ਼ ਰਾਇਸ ਦੀ ਕੀਮਤ ਪੁੱਛੀ ਅਤੇ ਮਾਲਕ ਨੇ ਮਹਾਰਾਜੇ ਨੂੰ ਵਿਅੰਗ ਨਾਲ ਕਿਹਾ ਸੀ, ਜੇ ਕੀਮਤ ਪੁੱਛਦੇ ਹੋ ਤਾਂ ਖਰੀਦ ਨਹੀਂ ਸਕੋਗੇ, ਅਤੇ ਮਹਾਰਾਜੇ ਨੇ ਸਾਰਾ ਸ਼ੋਰੂਮ ਹੀ ਖਰੀਦ ਲਿਆ ਸੀ ਅਤੇ ਰੋਲਜ਼ ਰਾਇਸ ਨੂੰ ਤੂੜੀ ਢੋਣ ਲਈ ਵਰਤਿਆ ਜਾਂਦਾ ਸੀ। ਆਮ ਲੋਕਾਂ ਨੂੰ ਮਹੱਤਵਪੂਰਨ ਵਿਅਕਤੀਆਂ ਬਾਰੇ ਅਜਿਹੀਆਂ ਕਹਾਣੀਆਂ ਨਾਲ ਆਪਣੇ ਗਿਆਨਵਾਨ ਹੋਣ ਦੀ ਵਿਸ਼ੇਸ਼ ਤਸੱਲੀ ਮਿਲਦੀ ਹੈ। ਆਦਤਾਂ ਦਾ ਵੱਖ-ਵੱਖ ਹੋਣਾ ਸੁਭਾਵਿਕ ਹੁੰਦਾ ਹੈ। 2 ਜਮਾਤੀ ਸਨ। ਇੱਕ ਜਮਾਤਣਾ ਵਿੱਚ ਬੜਾ ਹਰਮਨ ਪਿਆਰਾ ਸੀ, ਮੌਜਾਂ ਕਰਦਾ ਸੀ। ਦੂਜੇ ਨੇ ਰਜਿਸਟਰ ਲਾਇਆ ਹੋਇਆ ਸੀ, ਕੌਣ ਕਿਸ ਨਾਲ ਆਇਆ, ਕੌਣ ਕਿਸ ਨਾਲ ਗਈ, ਕਦੋਂ ਆਏ ਕਦੋਂ ਗਏ, ਉਸਨੇ ਕੀ ਪਹਿਨਿਆ ਹੋਇਆ ਸੀ, ਉਸਨੇ ਹੁਲੀਆ ਕੀ ਬਣਾਇਆ ਹੋਇਆ ਸੀ। ਮੌਜਾਂ ਕਰਨ ਵਾਲਾ ਫੈਸ਼ਨ ਡਿਜ਼ਾਈਨਰ ਬਣਿਆ ਅਤੇ ਰਜਿਸਟਰ ਵਾਲਾ ਯੂਨੀਵਰਸਿਟੀ ਦਾ ਰਜਿਸਟਰਾਰ ਬਣਿਆ। ਜਦੋਂ ਜੀਵਨ ਵਧੇਰੇ ਗੁੰਝਲਦਾਰ ਹੋ ਜਾਂਦਾ ਹੈ ਤਾਂ ਜਿਵੇਂ ਸ਼ਹਿਰਾਂ ਵਿੱਚ ਹੁੰਦਾ ਹੈ, ਕੇਵਲ ਪਿਤਾ ਦੀ ਆਮਦਨ ਨਾਲ ਹੀ ਸਾਰਾ ਕੁਝ ਸੰਭਵ ਨਹੀਂ ਹੁੰਦਾ। ਇਸਤਰੀ ਨੂੰ ਕੰਮ ਕਰਨ ਲਈ ਬਾਹਰ ਜਾਣਾ ਪੈਂਦਾ ਹੈ। ਇਵੇਂ ਇਸਤਰੀਆਂ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ, ਆਪਣੇ ਕੰਨਾਂ ਨਾਲ ਸੁਣਨਾ ਅਤੇ ਆਪਣੀ ਬੁੱਧੀ ਨਾਲ ਸੋਚਣਾ ਅਤੇ ਫੈਸਲਾ ਕਰਨਾ ਆ ਜਾਂਦਾ ਹੈ। ਉਹ ਪੁਰਸ਼ਾਂ ਨੂੰ ਆਪਣਾ ਤੋਲਣਾ ਸਿੱਖ ਜਾਂਦੀਆਂ ਹਨ। ਸਵੈ ਵਿਸ਼ਵਾਸ ਵਧਣ ਕਾਰਨ ਉਹਨਾਂ ਨੂੰ ਆਜ਼ਾਦੀ ਦਾ ਅਨੁਭਵ ਹੁੰਦਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਉਹ ਚੁਸਤ ਹੋ ਜਾਂਦੀਆਂ ਹਨ। ਨਾਟਕ ਦੀ ਇੱਕ ਕਲਾਸ ਨੂੰ ਨਿਰਦੇਸ਼ਕ ਜ਼ਿੰਮੇਵਾਰੀ ਦੇ ਅਰਥ ਸਮਝਾ ਰਿਹਾ ਸੀ। ਜੇ ਬਲਾਊਜ਼ ਦੇ 4 ਬਟਨ ਹੋਣ ਅਤੇ 3 ਟੁੱਟੇ ਹੋਣ ਤਾਂ ਇੱਜ਼ਤ ਆਬਰੂ ਦੀ ਰਾਖੀ ਕਰਨ ਦੀ ਸਾਰੀ ਜ਼ਿੰਮੇਵਾਰੀ ਚੌਥੇ ਬਟਨ ਦੀ ਹੈ। ਤਰਕ ਵਾਪਰੀਆਂ ਘਟਨਾਵਾਂ 'ਤੇ ਹੀ ਲਾਗੂ ਕੀਤਾ ਜਾ ਸਕਦਾ ਹੈ, ਵਾਪਰਨ ਵਾਲੀਆਂ ਘਟਨਾਵਾਂ 'ਤੇ ਨਹੀਂ। ਅਨੁਭਵ ਤਰਕ ਨਾਲ ਉਪਜਾਏ ਨਹੀਂ ਜਾ ਸਕਦੇ, ਸਮਝੇ ਜਾ ਸਕਦੇ ਹਨ। ਜਦੋਂ ਮਨੁੱਖ ਯਾਤਰਾ 'ਤੇ ਨਿਕਲਦਾ ਹੈ ਅਤੇ ਯਾਤਰਾ ਦੌਰਾਨ ਉਸ ਨਾਲ ਜੋ ਵਾਪਰਦਾ ਹੈ ਉਸ ਦੀ ਉਹ ਪਹਿਲਾਂ ਕਲਪਨਾ ਨਹੀਂ ਕਰ ਸਕਦਾ। ਵਾਪਰਨ ਉਪਰੰਤ ਉਹ ਵਿਆਖਿਆ ਕਰ ਸਕਦਾ ਹੈ। ਵਿਆਹ ਕਰਨ ਵੇਲੇ ਇਸਤਰੀ ਪੁਰਸ਼ ਨਹੀਂ ਜਾਣਦੇ ਕਿ ਉਹਨਾਂ ਨੂੰ ਕਿਹੜੇ-ਕਿਹੜੇ ਅਨੁਭਵ ਹੋਣਗੇ, ਪਰ ਮਗਰੋਂ ਉਹ ਪੂਰੀ ਜੀਵਨ ਕਹਾਣੀ ਲਿਖ ਸਕਦੇ ਹਨ। ਖੇਤਰ ਕੋਈ ਹੋਵੇ, ਹੋਣ ਵਾਲੇ ਅਨੁਭਵ ਨੂੰ ਪਹਿਲਾਂ ਨਾ ਜਾਣਦੇ ਹੋਣਾ ਹੀ ਸਭ ਤੋਂ ਵੱਧ ਦਿਲਚਸਪ ਅਤੇ ਵਿਚਿੱਤਰ ਭਾਗ ਹੁੰਦਾ ਹੈ। ਪੁਲਾੜ ਵਿੱਚ ਜਾਣ ਵਾਲਿਆਂ ਦੀ ਵਰਤੋਂ ਲਈ ਅਮਰੀਕੀ ਵਿਗਿਆਨੀ ਕਲਮ ਖੋਜ ਰਹੇ ਸਨ। ਕਈ ਪ੍ਰਯੋਗ ਕੀਤੇ ਪਰ ਸਫਲਤਾ ਨਾ ਮਿਲੀ। ਉਹ ਜਾਣਨਾ ਚਾਹੁੰਦੇ ਸਨ ਕਿ ਰੂਸੀ ਪੁਲਾੜ ਵਿਗਿਆਨੀਆਂ ਨੇ ਇਹ ਸਮੱਸਿਆ ਕਿਵੇਂ ਹੱਲ ਕੀਤੀ ਸੀ। ਉਹ ਜਾਣ ਕੇ ਹੈਰਾਨ ਹੋਏ ਕਿ ਉਹ ਸਧਾਰਨ ਪੈਨਸਿਲ ਵਰਤਦੇ ਸਨ। ਟੈਲੀਫੋਨ ਦੇ ਨੇੜੇ ਜਿਤਨੇ ਮਰਜ਼ੀ ਬਾਲ ਪੈਨ ਅਤੇ ਪੈਨ ਰੱਖ ਦਿਓ, ਲੋੜ ਪੈਣ 'ਤੇ ਕੋਈ ਨਹੀਂ ਲੱਭਦਾ, ਕੋਈ ਨਹੀਂ ਚੱਲਦਾ। ਇਸ ਸਮੱਸਿਆ ਦਾ ਸਰਲ ਹੱਲ ਇਹ ਹੈ ਕਿ ਪੈਨਸਿਲ ਰੱਖੋ। ਸਮਾਜ ਦਾ ਆਰੰਭ ਕੁਦਰਤ ਦੀ ਉਪਜ ਜਾਂ ਵਸੀਲਿਆਂ ਨੂੰ ਵੰਡਣ ਨਾਲ ਹੋਇਆ। ਵੰਡਣ ਦਾ ਕਾਰਜ ਜਿਨ੍ਹਾਂ ਨੂੰ ਸੰਭਾਲਿਆ ਗਿਆ ਉਹ ਆਪਣੇ ਢੰਗ ਨਾਲ ਵੰਡਣ ਕਰਕੇ ਸ਼ਕਤੀਸ਼ਾਲੀ ਹੋ ਗਏ। ਹੌਲੀ-ਹੌਲੀ ਸਭ ਕੁਝ ਵੰਡਣ ਦੀ ਬਜਾਏ ਉਹਨਾਂ ਵਿੱਚ ਸਭ ਕੁਝ ਇਕੱਤਰ ਕਰਨ ਦਾ ਲਾਲਚ ਜਾਗ ਪਿਆ, ਜਿਸ ਕਾਰਨ ਜੋ ਵੰਡਿਆ ਜਾਣਾ ਸੀ ਅਤੇ ਵੰਡਿਆ ਜਾਣਾ ਚਾਹੀਦਾ ਸੀ ਅਤੇ ਵੰਡਣ ਵਾਲਾ ਸੀ ਉਹ ਵੰਡਿਆ ਨਾ ਗਿਆ। ਹੁਣ ਵੀ ਇਵੇਂ ਹੀ ਹੋ ਰਿਹਾ ਹੈ। ਨਾ ਥਾਂ ਬਦਲ ਗਏ ਹਨ, ਨਾ ਅਤੇ ਥਾਂ ਬਦਲ ਗਏ ਹਨ। ਡੈਮੋਕਲੀਜ਼ ਰਾਜਾ ਸੀ, ਆਨੰਦ ਪ੍ਰਸੰਨ ਸੀ, ਕੋਈ ਚਿੰਤਾ ਨਹੀਂ ਸੀ। ਇੱਕ ਦਿਨ ਉਸਨੇ ਉੱਪਰ ਵੇਖਿਆ ਅਤੇ ਉਸਨੂੰ ਇੱਕ ਕੱਚੇ ਧਾਗੇ ਨਾਲ ਭਾਰੀ ਅਤੇ ਤੇਜ਼ ਧਾਰ ਵਾਲੀ ਤਲਵਾਰ ਦਿਸ ਪਈ। ਆਨੰਦ ਲੋਪ ਹੋ ਗਿਆ, ਪ੍ਰਸੰਨਤਾ ਮੁੱਕ ਗਈ। ਚਿੰਤਾ ਨੇ ਘੇਰ ਲਿਆ। ਕਦੇ ਨਾ ਕਦੇ ਹਰ ਕਿਸੇ ਨੂੰ ਅਜਿਹੀ ਤਲਵਾਰ ਦਿਸ ਪੈਂਦੀ ਹੈ। ਇੱਕ ਮੱਠ ਵਿੱਚ ਲੰਮਾ ਅਰਸਾ ਰਹਿਣ ਉਪਰੰਤ ਇੱਕ ਭਿਕਸ਼ੂ ਨੇ ਗੁਰੂ ਨੂੰ ਕਿਹਾ, ਗਿਆਨ ਨਹੀਂ ਮਿਲ ਰਿਹਾ। ਮੱਠ ਦੇ ਗੁਰੂ ਨੇ ਕਿਹਾ, 3 ਸਾਲ ਧਿਆਨ ਲਾਓ। ਭਿਕਸ਼ੂ ਨੇ 3 ਸਾਲ ਮਗਰੋਂ ਕਿਹਾ, ਕੁਝ ਨਹੀਂ ਮਿਲਿਆ। 3 ਮਹੀਨੇ ਇਹ ਮੰਤਰ ਪੜ੍ਹੋ। ਮੰਤਰ ਪੜ੍ਹੇ, ਕੁਝ ਨਹੀਂ ਹੋਇਆ। 3 ਦਿਨ ਸ਼ਾਂਤ ਰਹੋ। ਜੇ ਕੁਝ ਨਾ ਹੋਵੇ ਤਾਂ ਚੌਥੇ ਦਿਨ ਆਤਮਘਾਤ ਕਰ ਲੈਣਾ। ਤੀਜੇ ਦਿਨ ਭਿਕਸ਼ੂ ਉੱਚਾ-ਉੱਚਾ ਬੋਲ ਕੇ ਸਭ ਨੂੰ ਸੁਣਾ ਰਿਹਾ ਸੀ, ਗਿਆਨ ਮਿਲ ਗਿਆ, ਗਿਆਨ ਮਿਲ ਗਿਆ। ਕਈ ਵਾਰੀ ਜਵਾਨ ਮਰੀਜ਼ ਔਰਤ ਅਤੇ ਪੁਰਸ਼ ਡਾਕਟਰ ਵਿੱਚ ਵੇਖਦਿਆਂ ਹੀ ਪਿਆਰ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਡਾਕਟਰ ਦੇ ਉਚੇਚਾ ਧਿਆਨ ਦੇਣ ਅਤੇ ਔਰਤ ਵੱਲ ਧਿਆਨ ਦਿੱਤੇ ਜਾਣ ਕਾਰਨ ਅਤੇ ਧਿਆਨ ਨਾਲ ਸੁਣਨ ਕਰਕੇ ਉਸ ਦੀ ਹਾਲਤ ਸੁਧਰ ਰਹੀ ਪ੍ਰਤੀਤ ਹੁੰਦੀ ਹੈ ਅਤੇ ਮਰੀਜ਼ ਔਰਤ ਡਾਕਟਰ ਨੂੰ ਜਚਾ ਦਿੰਦੀ ਹੈ ਕਿ ਉਹ ਬੜਾ ਸਫਲ ਡਾਕਟਰ ਹੈ ਅਤੇ ਉਸ ਦਾ ਇਲਾਜ ਜਾਦੂ ਵਾਂਗ ਅਸਰ ਕਰ ਰਿਹਾ ਹੈ। ਵਾਸਤਵ ਵਿੱਚ ਡਾਕਟਰ ਮਰੀਜ਼ ਔਰਤ ਦੇ ਰੋਗ ਦਾ ਇਲਾਜ ਕਰ ਰਹੀ
ਕਰ ਹੀ ਨਹੀਂ ਰਿਹਾ ਹੁੰਦਾ। ਦੋਵੇਂ ਬਚਪਨ ਦੀ ਖੇਡ ਡਾਕਟਰ ਮਰੀਜ਼ ਖੇਡ ਰਹੇ ਹੁੰਦੇ ਹਨ, ਜਿਸ ਵਿੱਚ ਉਹ ਦੋਵੇਂ ਵਾਰੀ-ਵਾਰੀ ਮਰੀਜ਼ ਅਤੇ ਡਾਕਟਰ ਬਣਦੇ ਹਨ। ਜੇਕਰ ਦੂਜਾ ਬੰਦਾ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਨੁਕਸ ਵਕਤ ਅਤੇ ਢੰਗ ਵਿੱਚ ਹੋ ਸਕਦਾ ਹੈ। ਜੇ ਕਿਸੇ ਦੇ ਘਰ ਸਵੇਰੇ ਜਾਓਗੇ ਤਾਂ ਤੁਹਾਡੀ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਵੇਗਾ, ਕਿਉਂਕਿ ਸਮੇਂ ਦੀ ਤੁਹਾਡੀ ਚੋਣ ਗਲਤ ਹੈ। ਜੇ ਕਿਸੇ ਰੁੱਝੇ ਹੋਏ ਬੰਦੇ ਕੋਲ ਕਿਸੇ ਹੋਰ ਦੀਆਂ ਸ਼ਿਕਾਇਤਾਂ ਲਾਉਣ ਜਾਓਗੇ ਤਾਂ ਤੁਹਾਡੀ ਗੱਲ ਨਹੀਂ ਸੁਣੀ ਜਾਵੇਗੀ, ਕਿਉਂਕਿ ਤੁਹਾਡੀ ਗੱਲਬਾਤ ਦਾ ਢੰਗ ਸਹੀ ਨਹੀਂ। ਜੇ ਸੇਵਾ ਮੁਕਤ ਉਪਰੰਤ ਆਪਣੇ ਅਧੀਨ ਰਹੇ ਅਧਿਕਾਰੀ ਕੋਲ ਕਾਰਜੀ ਸਮੇਂ ਦੌਰਾਨ ਗੱਪਾਂ ਮਾਰਨ ਜਾਓਗੇ ਤਾਂ ਉਹ ਦਰਾਜ਼ ਖੋਲ੍ਹ ਕੇ ਕੁਝ ਲੱਭਣ ਲੱਗ ਜਾਵੇਗਾ, ਜਿਹੜਾ ਇਸ ਗੱਲ ਦਾ ਸੰਕੇਤ ਹੋਵੇਗਾ ਕਿ ਉਸ ਦੀ ਤੁਹਾਡੀ ਗੱਲ ਵਿੱਚ ਕੋਈ ਦਿਲਚਸਪੀ ਨਹੀਂ। ਸ਼ਿਕਾਇਤ ਨਾ ਕਰੋ ਕਿ ਦੂਜੇ ਬੰਦੇ ਨੇ ਤੁਹਾਡੀ ਗੱਲ ਨਹੀਂ ਸੁਣੀ। ਫੈਸਲਾ ਕਰੋ ਉਹ ਤੁਹਾਡੀ ਗੱਲ ਕਿਉਂ ਸੁਣੇ। ਕੀ ਤੁਹਾਡੀ ਗੱਲ ਸੁਣੇ ਜਾਣ ਯੋਗ ਹੈ? ਇੱਕ ਚੋਰ ਕਬੀਰ ਜੀ ਦੇ ਸਾਹਮਣੇ ਦੌੜ ਕੇ ਲੰਘ ਗਿਆ। ਜਦੋਂ ਕਬੀਰ ਜੀ ਨੂੰ ਦਰੋਗੇ ਨੇ ਪੁੱਛਿਆ, ਉਹਨਾਂ ਨੇ ਕਿਹਾ, ਮੈਂ ਚੋਰ ਨਹੀਂ ਵੇਖਿਆ। ਦਰੋਗਾ ਵਾਪਸ ਚਲਾ ਗਿਆ। ਲੁਕੇ ਹੋਏ ਚੋਰ ਨੇ ਕਬੀਰ ਜੀ ਨੂੰ ਪੁੱਛਿਆ, ਤੁਸੀਂ ਮੇਰੇ ਵਾਸਤੇ ਝੂਠ ਬੋਲਣ ਦਾ ਪਾਪ ਕਿਉਂ ਕੀਤਾ? ਕਬੀਰ ਜੀ ਨੇ ਕਿਹਾ, ਕਈ ਵਾਰੀ ਵੱਡਾ ਪੁੰਨ ਕਰਨ ਵਾਸਤੇ ਪਾਪ ਵੀ ਕਰਨਾ ਪੈਂਦਾ ਹੈ। ਤੈਨੂੰ ਸੁਧਾਰਨ ਵਾਸਤੇ ਅਤੇ ਇੱਕ ਹੋਰ ਮੌਕਾ ਦੇਣ ਵਾਸਤੇ ਮੈਂ ਝੂਠ ਬੋਲਿਆ ਸੀ। ਤੂੰ ਸੁਧਰ ਜਾ। ਝੂਠ ਬੋਲਣ ਦਾ ਪਾਪ ਮੈਂ ਝੱਲ ਲਵਾਂਗਾ। ਪੁਰਾਣੇ ਸਮਿਆਂ ਵਿੱਚ ਇਹ ਪਰੰਪਰਾ ਸੀ ਕਿ ਲੋਕ ਸਜ਼ਾ ਭੁਗਤ ਰਹੇ ਕੈਦੀਆਂ ਦੀ ਕੀਮਤ ਚੁਕਾ ਕੇ ਉਹਨਾਂ ਨੂੰ ਖਰੀਦ ਲੈਂਦੇ ਸਨ ਅਤੇ ਕਈ ਵਾਰੀ ਖਰੀਦ ਕੇ ਉਹਨਾਂ ਨੂੰ ਆਜ਼ਾਦ ਕਰ ਦਿੰਦੇ ਸਨ। ਦੂਜੇ ਵਿਸ਼ਵ ਯੁੱਧ ਵਿੱਚ ਇੱਕ ਧਨਵਾਨ ਵਿਅਕਤੀ ਹਿਟਲਰ ਦੇ ਯਹੂਦੀ ਕੈਦੀਆਂ ਨੂੰ ਖਰੀਦ ਕੇ ਉਹਨਾਂ ਦੀ ਕੀਮਤ ਚੁਕਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਪਹਿਲਾਂ ਖਰੀਦ ਕੇ ਆਜ਼ਾਦ ਕਰ ਦਿੰਦਾ ਸੀ। ਇਸ ਵਿਅਕਤੀ ਦਾ ਨਾਮ ਸ਼ਿਲਡਰ ਸੀ। ਉਸਨੇ ਸੈਂਕੜੇ ਯਹੂਦੀਆਂ ਨੂੰ ਖਰੀਦ ਕੇ ਆਜ਼ਾਦ ਕੀਤਾ। ਜਿਨ੍ਹਾਂ ਨੂੰ ਉਸਨੇ ਖਰੀਦ ਕੇ ਆਜ਼ਾਦ ਕੀਤਾ, ਉਹਨਾਂ ਦੇ ਪੁੱਤਰਾਂ ਪੋਤਰਿਆਂ ਨੇ ਸ਼ਿਲਡਰ ਨੂੰ ਦੇਵਤੇ ਵਜੋਂ ਪੂਜਿਆ। ਮੁਸਲਿਮ ਦੇਸ਼ਾਂ ਵਿੱਚ ਵੀ ਕੈਦੀਆਂ ਨੂੰ ਖਰੀਦਣ ਦੀ ਪਰੰਪਰਾ ਹੈ। ਇੱਕ ਮੁਸਲਿਮ ਦੇਸ਼ ਵਿੱਚ 17 ਪੰਜਾਬੀ ਇੱਕ ਕਤਲ ਦੇ ਮੁਕੱਦਮੇ ਵਿੱਚ ਫਾਂਸੀ ਲਾਏ ਜਾਣੇ ਸਨ। ਉਹਨਾਂ ਨੂੰ ਦੁਬਈ ਵਿੱਚ ਵਸਦੇ ਇੱਕ ਪੰਜਾਬੀ ਵਪਾਰੀ ਨੇ 3 ਕਰੋੜ ਰੁਪਏ ਨਾਲੋਂ ਵਧੇਰੇ ਅਦਾ ਕਰਕੇ ਖਰੀਦ ਕੇ ਆਜ਼ਾਦ ਕੀਤਾ ਸੀ। ਓਬਰਾਏ ਨਾਂ ਦਾ ਇਹ ਵਿਅਕਤੀ ਪੰਜਾਬ ਵਿੱਚ ਖੂਬ ਸਤਿਕਾਰਿਆ ਜਾਂਦਾ ਹੈ। ਇੱਕ ਰੈਫਰੀ ਫੁੱਟਬਾਲ ਦੇ ਫਾਈਨਲ ਮੈਚ ਵਿੱਚ ਇੱਕ ਟੀਮ ਦੇ ਵਿਰੁੱਧ ਪੱਖਪਾਤ ਕਰ ਰਿਹਾ ਸੀ। ਉਸਨੇ ਦੂਜੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿੱਤਾ। ਰੈਫਰੀ ਦੇ ਇਸ ਫੈਸਲੇ ਵਿਰੁੱਧ ਰੋਸ ਵੀ ਹੋਇਆ ਅਤੇ ਖੇਡ ਦੇ ਮੈਦਾਨ ਵਿੱਚ ਸ਼ੋਰ ਵੀ ਪਿਆ। ਜਿਸ ਟੀਮ ਦੇ ਪੱਖ ਵਿੱਚ ਪੈਨਲਟੀ ਕਾਰਨਰ ਦਿੱਤਾ ਗਿਆ ਸੀ, ਉਸ ਟੀਮ ਦਾ ਕਪਤਾਨ ਆਪਣੇ ਚੰਗੇ ਸਲੀਕੇ ਅਤੇ ਨੈਤਿਕ ਚਰਿੱਤਰ ਕਾਰਨ ਪ੍ਰਸਿੱਧ ਸੀ। ਉਹ ਗੋਲ ਕਰਕੇ ਜਿੱਤ ਵੀ ਸਕਦਾ ਸੀ, ਪਰ ਉਸਨੇ ਬਾਲ ਨੂੰ ਗੋਲ ਵੱਲ ਸੇਧਣ ਦੀ ਬਜਾਏ ਲੰਮੀ ਕਿੱਕ ਨਾਲ ਮੈਦਾਨ ਦੇ ਅੱਧ ਵੱਲ ਅਸਮਾਨ ਵੱਲ ਸੇਧ ਦਿੱਤੀ। ਇਸ ਕਿੱਕ ਨਾਲ ਉਸਨੇ ਅਣਕਮਾਏ ਮੌਕੇ ਨੂੰ ਅਪਰਵਾਨ ਕਰ ਦਿੱਤਾ ਸੀ। ਉਸ ਪ੍ਰਤੀ ਪ੍ਰਸ਼ੰਸਾ ਦੀਆਂ ਤਾੜੀਆਂ ਨਾਲ ਸਾਰਾ ਸਟੇਡੀਅਮ ਗੂੰਜ ਉੱਠਿਆ ਸੀ। ਯੂਰਪ ਵਿੱਚ ਕਿਸੇ ਵੇਲੇ ਇਮਾਰਤਾਂ ਦੇ ਦਰਵਾਜ਼ਿਆਂ ਅਤੇ ਬਾਰੀਆਂ ਅਨੁਸਾਰ ਟੈਕਸ ਲੱਗਦਾ ਸੀ। ਅਮੀਰ ਲੋਕ ਥੱਲਵੀਆਂ ਮੰਜ਼ਲਾਂ 'ਤੇ ਰਹਿੰਦੇ ਸਨ ਅਤੇ ਆਮ ਲੋਕ ਉੱਪਰਲੀਆਂ ਮੰਜ਼ਲਾਂ 'ਤੇ ਰਿਹਾ ਕਰਦੇ ਸਨ। ਕੁਝ ਸੱਭਿਆਚਾਰ ਵਿਅਕਤੀਵਾਦੀ ਹੁੰਦੇ ਹਨ, ਕੁਝ ਸਮੂਹਿਕ। ਅਮਰੀਕਨ ਸੱਭਿਆਚਾਰ ਪੂਰਨ ਭਾਂਤ ਵਿਅਕਤੀਵਾਦੀ ਹੈ, ਜਦੋਂ ਕਿ ਏਸ਼ੀਅਨ ਸੱਭਿਆਚਾਰ ਸਮੂਹਿਕ ਹਨ। ਵਿਅਕਤੀਵਾਦੀ ਸੋਚ ਨੇ ਵਿਕਾਸ ਕਰਕੇ ਪੂੰਜੀਵਾਦ ਦਾ ਰੂਪ ਧਾਰਿਆ ਹੈ। ਓਲੰਪਿਕਸ ਵਿੱਚ ਅਮਰੀਕਨ ਵਿਅਕਤੀਗਤ ਮੁਕਾਬਲਿਆਂ ਵਾਲੇ ਵਧੇਰੇ ਮੈਡਲ ਜਿੱਤਦੇ ਹਨ, ਟੀਮਾਂ ਵਾਲੇ ਨਹੀਂ। ਪਹਿਲਾ ਵਿਸ਼ਵ ਯੁੱਧ ਵੀ ਜਰਮਨੀ ਨੇ ਆਰੰਭਿਆ ਸੀ ਅਤੇ ਇਹ ਮੁੱਕਿਆ ਵੀ ਜਰਮਨੀ ਦੇ ਸਮਰਪਣ ਨਾਲ ਸੀ। ਇਸ ਵਿੱਚ ਜਿੱਤ ਹਾਰ ਨਹੀਂ ਸੀ ਹੋਈ। ਜਰਮਨੀ ਵਿੱਚ ਹਿੰਮਤ ਹੀ ਮੁੱਕ ਗਈ ਸੀ। ਜਰਮਨੀ ਅਤੇ ਉਸਦੇ ਸਾਥੀ ਦੇਸ਼ਾਂ ਉੱਤੇ ਪਾਬੰਦੀਆਂ ਅਤੇ ਜੁਰਮਾਨੇ ਲਾਏ ਗਏ ਸਨ। ਕਈ ਅਜੇ ਵੀ ਜੁਰਮਾਨੇ ਭਰ ਰਹੇ ਹਨ। ਜਰਮਨੀ ਦੇ ਇਸ ਅਪਮਾਨ ਵਿੱਚੋਂ ਹਿਟਲਰ ਉਪਜਿਆ ਸੀ, ਜਿਸ ਨੇ ਦੂਜਾ ਵਿਸ਼ਵ ਯੁੱਧ ਆਰੰਭਿਆ, ਲੜਿਆ ਅਤੇ ਹਾਰਿਆ ਸੀ। ਦਸਵੰਧ ਦਾ ਸੰਕਲਪ ਯਹੂਦੀ ਧਰਮ ਦੀ ਦੇਣ ਹੈ। ਯਹੂਦੀਆਂ ਵਿੱਚ ਜਦੋਂ ਤੱਕ ਕਿਸੇ ਥਾਂ 10 ਪਰਿਵਾਰ ਨਾ ਹੋਣ, ਉੱਥੇ ਸਾਈਨਗਾਗ ਜਾਂ ਯਹੂਦੀ ਚਰਚ ਨਹੀਂ ਬਣਾਇਆ ਜਾਂਦਾ। ਇਸ ਗਿਣਤੀ ਨੂੰ ਕੋਰਮ ਕਹਿੰਦੇ ਹਨ। ਕਈ ਵਾਰੀ ਮੀਟਿੰਗ ਜਾਂ ਇਜਲਾਸ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਕੋਰਮ ਪੂਰਾ ਨਹੀਂ ਹੁੰਦਾ। ਜਦੋਂ 10 ਪਰਿਵਾਰਾਂ ਨਾਲ ਯਹੂਦੀ ਚਰਚ ਸਥਾਪਿਤ ਹੋ ਜਾਂਦਾ ਸੀ ਤਾਂ ਹਰੇਕ ਪਰਿਵਾਰ ਦਸਵੰਧ ਰਾਹੀਂ ਉਸ ਚਰਚ ਨੂੰ ਚੱਲਦਾ ਰੱਖਦਾ ਸੀ। ਪਾਦਰੀ ਨੂੰ ਵਿਆਹ ਕਰਾਉਣ ਦੀ ਆਗਿਆ ਨਹੀਂ ਸੀ, ਕਿਉਂਕਿ 10 ਪਰਿਵਾਰ ਇਕੱਲੇ ਪਾਦਰੀ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਸਨ, ਪਾਦਰੀ ਦੇ ਸਾਰੇ ਪਰਿਵਾਰ ਦੀਆਂ ਨਹੀਂ। ਪੁਰਾਤਨ ਸਮੇਂ ਵਿੱਚ ਅਜੋਕੇ ਲੈਬਨਾਨ ਦਾ ਨਾਂ ਟਾਇਰ ਸੀ। ਇੱਥੋਂ ਦੇ ਰਾਜੇ ਐਗਨੋਰ ਦੀ ਧੀ ਯੂਰਪਾ ਨੂੰ ਕਿਸੇ ਨੇ ਅਗਵਾ ਕਰ ਲਿਆ। ਰਾਜੇ ਦੇ 5 ਪੁੱਤਰ ਸਨ, ਜਿਨ੍ਹਾਂ ਨੂੰ ਰਾਜੇ ਨੇ ਆਪਣੀ ਭੈਣ ਲੱਭਣ ਦਾ ਹੁਕਮ ਦਿੱਤਾ। ਇਹ 5 ਵੱਖ-ਵੱਖ ਦਿਸ਼ਾਵਾਂ ਵਿੱਚ ਗਏ। ਯੂਰਪਾ ਨਾਂ ਦੀ ਭੈਣ ਲੱਭਦਿਆਂ ਲੱਭਦਿਆਂ ਇਹਨਾਂ ਨੇ ਭੂਗੋਲ ਲੱਭ ਲਿਆ।
ਇਹਨਾਂ ਨੇ ਨਵੇਂ ਲੱਭੇ ਇਲਾਕਿਆਂ ਨੂੰ ਭੈਣ ਯੂਰਪਾ ਦੇ ਨਾਂ ਤੇ ਯੂਰਪ ਕਹਿਣਾ ਆਰੰਭ ਕੀਤਾ ਅਤੇ ਇਹ ਮਨੌਤ ਬਣ ਗਈ ਕਿ ਯੂਰਪੀਨਾਂ ਨੂੰ ਘਰਾਂ ਤੋਂ ਦੂਰ ਹੋਰ ਦੂਰ ਜਾਣ ਦੀ ਆਦਤ ਹੈ। ਦੂਰ ਦੂਰ ਜਾਣ ਦੀ ਇਸ ਬਿਰਤੀ ਵਿੱਚੋਂ ਯੂਰਪੀਨਾਂ ਨੇ ਕਈ ਦੇਸ਼ਾਂ ਨੂੰ ਲੱਭ ਲਿਆ ਅਤੇ ਰਾਜ ਕਰਨ ਲੱਗ ਪਏ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।